ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਦਾ ਜਨਮ ਮਾਤਾ ਨੀਮਾ ਅਤੇ ਪਿਤਾ ਨੀਰੂ ਜੁਲਾਹੇ ਦੇ ਘਰ ਬਨਾਰਸ ਵਿੱਚ ਹੋਇਆ। ਇਹ ਮੁਸਲਮਾਨ ਸਨ, ਪਰ ਕਬੀਰ ਜੀ ਦੇ ਸੰਸਕਾਰ ਮੁਸਲਮਾਨਾਂ ਤੋਂ ਵੱਖਰੇ ਸਨ, ਅਲੱਗ ਸਨ। ਪਰ ਉਹਨਾਂ ਨੇ ਇਹ ਬਾਕਾਇਦਾ ਆਖਿਆ ਹੈ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਣ। ਆਪ ਜੀ ਨੇ ਕਿਹਾ ਕਿ ਰਾਮ ਆਖਣ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ, ਅੱਲਾ ਕਹਿਣ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ। ਮੈਂ ਮੁਸਲਮ ਨਹੀਂ। ਜਿਵੇਂ ਸੂਰਜ ਦਾ ਚਾਨਣ ਸਾਰੀ ਸ੍ਰਿਸ਼ਟੀ ਲਈ ਸਾਂਝਾ ਹੈ, ਇਸ ਤਰ੍ਹਾਂ ਹੀ ਕਬੀਰ ਜੀ ਵੀ ਸਭ ਲਈ ਸਾਂਝੇ ਹਨ। ਇਹਨਾਂ ਦਾ ਜਨਮ ਵੀ ਬਾਕੀ ਭਗਤਾਂ ਵਾਂਗ ਹੋਇਆ ਹੈ। ਆਪ ਹੱਸਦੇ ਹੋਏ ਜਗਤ 'ਤੇ ਆਏ। ਜਿਵੇਂ ਜਗਤ ਦਾ ਨਿਯਮ ਹੈ ਕਿ ਬੱਚੇ ਰੋਂਦੇ ਹੋਏ ਜਗਤ 'ਤੇ ਆਉਂਦੇ ਹਨ ਅਤੇ ਅੰਤ ਵਿੱਚ ਰੋਂਦੇ ਹੀ ਜਾਂਦੇ ਹਨ, ਪਰ ਕਬੀਰ ਜੀ ਹੱਸਦੇ ਹੋਏ ਆਏ। ਹੱਸਦਿਆਂ ਹੋਇਆਂ ਹੀ ਜਗਤ ਵਿੱਚ ਖੁਸ਼ੀਆਂ ਵੰਡੀਆਂ, ਪਰਮਾ ਆਨੰਦ ਵੰਡਿਆ ਅਤੇ ਹੱਸਦੇ ਹੋਏ ਗਏ। ਮਾਤਾ ਨੀਮਾ ਅਤੇ ਪਿਤਾ ਨੀਰੂ ਆਪਣੇ ਪੁੱਤਰ ਵੱਲ ਵੇਖ ਕੇ ਬਹੁਤ ਖੁਸ਼ ਹੁੰਦੇ ਸਨ। ਬਚਪਨ ਵਿੱਚ ਹੀ ਕਬੀਰ ਜੀ ਭਗਤ ਬਿਰਤੀ ਦੇ ਮਾਲਕ ਸਨ। ਜਦੋਂ ਆਪਣੇ ਹਾਣੀਆਂ ਨਾਲ ਖੇਡਣ ਜਾਂਦੇ ਸਨ ਜਾਂ ਗੱਲਾਂ ਕਰਦੇ ਸਨ, ਭਗਤੀ ਬੰਦਗੀ ਵਾਲੀਆਂ ਹੀ ਕਰਦੇ ਸਨ। ਵਿੱਦਿਆ ਅਤੇ ਧਾਰਮਿਕ ਮੰਦਰਾਂ ਦੇ ਦਰਵਾਜ਼ੇ ਭਗਤ ਕਬੀਰ ਜੀ ਲਈ ਬੰਦ ਕਰ ਦਿੱਤੇ, ਕਿਉਂਕਿ ਆਪ ਜੀ ਨੇ ਜੁਲਾਹੇ ਘਰ ਵਿੱਚ ਜਨਮ ਲਿਆ ਸੀ। ਕਿਉਂਕਿ ਇਹ ਸੂਦਰ ਹੈ, ਇਸ ਕਰਕੇ ਇਹ ਅਖਤਿਆਰ ਖੋਹ ਲਿਆ ਸੀ। ਨਾ ਉਹ ਵਿੱਦਿਆ ਪੜ੍ਹ ਸਕਦਾ ਸੀ, ਨਾ ਉਹ ਮੰਦਰਾਂ ਵਿੱਚ ਜਾ ਕੇ ਪੂਜਾ ਕਰ ਸਕਦਾ ਸੀ। ਆਪ ਜੀ ਨੂੰ ਪਤਾ ਹੈ ਕਿ ਮਨੁੱਖ ਦਾ ਸਾਰਾ ਵਿਕਾਸ ਵਿੱਦਿਅਕ ਮੰਦਰਾਂ ਅਤੇ ਧਾਰਮਿਕ ਮੰਦਰਾਂ ਰਾਹੀਂ ਹੁੰਦਾ ਹੈ। ਜਿਸ ਮਨੁੱਖ ਦੇ ਇਹ ਦੋਵੇਂ ਦੁਆਰ ਬੰਦ ਕੀਤੇ ਜਾਣ, ਉਸ ਦਾ ਸਾਰਾ ਵਿਕਾਸ ਬੰਦ ਹੋ ਜਾਂਦਾ ਹੈ। ਕਬੀਰ ਤਾਂ ਪੁਰ ਦਰਗਾਹ ਤੋਂ ਪੜ੍ਹਿਆ ਹੋਇਆ ਪੁਰਸ਼ ਸੀ। ਭਾਵੇਂ ਆਪ ਜੀ ਦੇ ਦੋਵੇਂ ਦੁਆਰ ਬੰਦ ਕਰ ਦਿੱਤੇ, ਪਰ ਫਿਰ ਵੀ ਇਹਨਾਂ ਨੇ ਆਪਣੇ ਦੁਆਰਾ ਵਿੱਦਿਅਕ ਅਤੇ ਧਾਰਮਿਕ ਵਿਦਿਆਲੇ ਖੋਲ੍ਹ ਕੇ ਦੁਨੀਆ ਨੂੰ ਚਾਨਣ ਦਿੱਤਾ। ਕਬੀਰ ਜੀ ਨੇ ਬ੍ਰਾਹਮਣ ਨੂੰ ਕਿਹਾ ਕਿ ਜਗਤ 'ਤੇ ਆਉਣ ਦਾ ਢੰਗ ਤਰੀਕਾ ਇੱਕੋ ਹੀ ਹੈ, ਜਿਵੇਂ ਮੈਂ ਮਾਂ ਬਾਪ ਦੇ ਜ਼ਰੀਏ ਜਨਮ ਲਿਆ ਹੈ। ਬ੍ਰਾਹਮਣ, ਤੈਨੂੰ ਵੀ ਮਾਂ ਬਾਪ ਨੇ ਹੀ ਜਨਮ ਦਿੱਤਾ ਹੈ। ਜੇ ਮੇਰੇ ਸਰੀਰ ਵਿੱਚ ਲਹੂ ਹੈ ਤਾਂ ਤੇਰੇ ਸਰੀਰ ਵਿੱਚ ਹੀ ਲਹੂ ਹੈ, ਦੁੱਧ ਨਹੀਂ ਹੈ। ਫਿਰ ਤੂੰ ਬ੍ਰਾਹਮਣ ਕਿਵੇਂ ਅਤੇ ਮੈਂ ਸ਼ੂਦਰ ਕਿਵੇਂ ਹੋਇਆ? ਬਨਾਰਸ ਵਿੱਚ ਇਹੋ ਚਰਚਾ ਹੋਣ ਲੱਗੀ। ਆਪ ਜੀ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਜਾਣ ਲੱਗੇ। ਇਹ ਇਲਜ਼ਾਮ ਮੌਲਵੀਆਂ ਅਤੇ ਬ੍ਰਾਹਮਣਾਂ ਦੀ ਤਰਫੋਂ ਲਾਏ ਜਾਣ ਲੱਗੇ। ਇਹ ਬਨਾਰਸ ਦਾ ਪਹਿਲਾ ਪੁਰਖ ਹੈ। ਨੀਰੂ ਨੂੰ ਕਿਹਾ ਕਿ ਤੁਹਾਡਾ ਪੁੱਤਰ 9 ਸਾਲ ਦਾ ਹੋ ਗਿਆ, ਇਸ ਦੀ ਸੁਣਤ ਕਰਵਾਓ। ਮਾਤਾ ਪਿਤਾ ਤਾਂ ਮੰਨ ਗਏ, ਪਰ ਕਬੀਰ ਜੀ ਨੇ ਬ੍ਰਾਹਮਣ ਨੂੰ ਸੁਣਤ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਨਾ ਕਰ ਦਿੱਤੀ। ਕਬੀਰ ਜੀ ਦੇ ਪਿਤਾ ਨੇ ਆਂਢ ਗੁਆਂਢ ਅਤੇ ਰਿਸ਼ਤੇਦਾਰਾਂ ਦਾ ਇਕੱਠ ਕੀਤਾ ਹੋਇਆ, ਪਰ ਕਬੀਰ ਜੀ ਨੇ ਕਿਸੇ ਦੀ ਵੀ ਨਾ ਮੰਨੀ। ਇੱਥੇ ਕਬੀਰ ਜੀ ਨੇ ਸਪਸ਼ਟ ਕਰ ਦਿੱਤਾ ਕਿ ਇਸਤਰੀ ਦੀ ਸੁਣਤ ਤਾਂ ਕੀਤੀ ਨਹੀਂ, ਕੀ ਇਹ ਤਾਂ ਹਿੰਦੂ ਹੀ ਰਹਿ ਗਈ? ਕਬੀਰ ਜੀ ਨੇ ਕਿਹਾ, ਜੇਕਰ ਮਨੁੱਖ ਦੀ ਸੁਣਤ ਕਰਨੀ ਹੁੰਦੀ ਤਾਂ ਰੱਬ ਆਪ ਹੀ ਕਰਕੇ ਇਸ ਜਗਤ 'ਤੇ ਇਸ ਦੁਨੀਆ ਵਿੱਚ ਭੇਜਦਾ। ਕਬੀਰ ਜੀ ਨੇ ਕਿਹਾ ਕਿ ਸੂਤ ਅਸੀਂ ਬਣਾਉਂਦੇ ਹਾਂ, ਗਲ ਵਿੱਚ ਤੁਸੀਂ ਪਾਉਂਦੇ ਹੋ, ਬ੍ਰਾਹਮਣ ਬਣ ਜਾਂਦੇ ਹੋ। ਤੁਸੀਂ ਜੋ ਗਾਇਤਰੀ ਪੜ੍ਹਦੇ ਹੋ, ਉਹ ਗੋਬਿੰਦ ਮੇਰੇ ਹਿਰਦੇ ਵਿੱਚ ਹੈ, ਉਹ ਮੇਰੇ ਰੋਮ ਰੋਮ ਵਿੱਚ ਵਸਿਆ ਹੋਇਆ ਹੈ। ਕਬੀਰ ਜੀ ਦਾ ਵਿਆਹ ਉਹਨਾਂ ਦੇ ਮਾਤਾ ਪਿਤਾ ਨੇ ਬੀਬੀ ਲੋਈ ਨਾਲ ਕਰ ਦਿੱਤਾ। ਕੁਝ ਸਮਾਂ ਪਾ ਕੇ ਆਪ ਜੀ ਦੇ ਘਰ 2 ਬੱਚਿਆਂ ਨੇ ਜਨਮ ਲਿਆ। ਇੱਕ ਪੁੱਤਰ ਜਿਸ ਦਾ ਨਾਂ ਕਮਾਲ ਸੀ, ਇੱਕ ਪੁੱਤਰੀ ਜਿਸ ਦਾ ਨਾਮ ਕਮਾਲੀ ਸੀ। ਆਪ ਬਨਾਰਸ ਵਿੱਚ ਰਹਿੰਦੇ ਸਨ। ਉੱਥੇ ਇੱਕ ਝੁੱਗੀ ਬਣਾਈ ਹੋਈ ਸੀ, ਉੱਥੇ ਕੱਪੜਾ ਬਣਾਉਣ ਦਾ ਕੰਮ ਕਰਦੇ ਸਨ। ਇੱਕ ਦਿਨ ਇਹੋ ਜਿਹਾ ਆ ਗਿਆ ਕਿ ਰਾਜਾ ਸਿਕੰਦਰ ਲੋਧੀ ਨੇ ਕਬੀਰ ਜੀ ਨੂੰ ਕਈ ਤਰ੍ਹਾਂ ਦੇ ਤਸੀਹੇ ਦੇਣੇ ਸ਼ੁਰੂ ਕੀਤੇ। ਇੱਕ ਦਿਨ ਲੋਕਾਂ ਨੇ ਕਬੀਰ ਜੀ ਦੀ ਝੁੱਗੀ ਨੂੰ ਅੱਗ ਲਗਾ ਦਿੱਤੀ। ਸਾਰੀ ਝੁੱਗੀ ਵੀ ਸੜ ਕੇ ਸੁਆਹ ਹੋ ਗਈ ਅਤੇ ਬੁਣਿਆ ਹੋਇਆ ਕੱਪੜਾ ਵੀ ਸਾੜਾ ਸੜ ਗਿਆ। ਅੱਧੀ ਰਾਤ ਦਾ ਸਮਾਂ ਸੀ ਕਿ ਕਬੀਰ ਜੀ ਗੰਗਾ ਦੇ ਕਿਨਾਰੇ ਬੈਠ ਕੇ ਭਗਤੀ ਕਰ ਰਹੇ ਸਨ। ਆਪ ਜੀ ਦਾ ਲੜਕਾ ਕਮਾਲ ਭੱਜਿਆ ਗਿਆ, ਕਹਿਣ ਲੱਗਾ, ਪਿਤਾ ਜੀ
ਘਰ ਨੂੰ ਅੱਗ ਲੱਗ ਗਈ ਹੈ। ਝੁੱਗੀ ਅਤੇ ਜੋ ਬੁਣਿਆ ਹੋਇਆ ਕੱਪੜਾ ਸੀ ਉਹ ਵੀ ਸੜ ਗਿਆ ਹੈ। ਸਭ ਕੁਝ ਸੜ ਕੇ ਸੁਆਹ ਹੋ ਗਿਆ। ਕਬੀਰ ਜੀ ਰੱਬ ਦੀ ਭਗਤੀ ਵਿੱਚ ਲੀਨ ਬੈਠੇ ਸਨ। ਕਹਿਣ ਲੱਗੇ ਕਿ ਜਿਸ ਆਨੰਦ ਵਿੱਚ ਮੈਂ ਬੈਠਾ ਹਾਂ ਮੈਨੂੰ ਪਰਵਾਹ ਨਹੀਂ। ਕਬੀਰ ਜੀ ਕਹਿਣ ਲੱਗੇ ਮੇਰੇ ਸਰੀਰ ਨੂੰ ਵੀ ਕੋਈ ਅੱਗ ਲਾ ਦੇਵੇ ਪਰ ਮੈਨੂੰ ਕੋਈ ਪਰਵਾਹ ਨਹੀਂ। ਕਬੀਰ ਜੀ ਕਹਿਣ ਲੱਗੇ ਪੁੱਤਰ, ਜਿਸ ਮੌਜ ਵਿੱਚ ਮੈਂ ਬੈਠਾ ਸੀ ਇਸ ਨੂੰ ਕੋਈ ਸਾੜ ਨਹੀਂ ਸਕਦਾ। ਪੁੱਤਰ, ਜਿਹੜੀਆਂ ਚੀਜ਼ਾਂ ਸੜ ਗਈਆਂ ਹਨ ਉਹ ਆਪੇ ਫਿਰ ਬਣ ਜਾਣਗੀਆਂ। ਕੋਈ ਚਿੰਤਾ ਫਿਕਰ ਨਹੀਂ ਕਰਨਾ। ਲੱਗਦਾ ਹੈ ਕਿ ਪ੍ਰਭੂ ਨੇ ਆਪ ਹੀ ਅੱਗ ਲਗਾਈ ਹੋਵੇਗੀ। ਉਹ ਅੱਗ ਵੀ ਆਪ ਹੈ ਅਤੇ ਪਵਨ ਵੀ ਆਪ ਹੈ। ਇੱਕ ਦਿਨ ਸਿਕੰਦਰ ਲੋਧੀ ਨੇ ਕਬੀਰ ਜੀ ਨੂੰ ਨਾ ਮੁਸਲਮਾਨ ਨਾ ਹਿੰਦੂ ਹੋਣ ਕਰਕੇ ਇੱਕ ਦਿਨ ਕਬੀਰ ਨੂੰ ਹਾਥੀ ਦੇ ਅੱਗੇ ਹੱਥ ਪੈਰ ਬੰਨ੍ਹ ਕੇ ਸੁੱਟ ਦਿੱਤਾ ਅਤੇ ਹਾਥੀ ਨੂੰ ਸ਼ਰਾਬ ਪਿਲਾ ਦਿੱਤੀ ਅਤੇ ਮੁਹਾਵਤ ਨੂੰ ਕਹਿ ਦਿੱਤਾ ਕਿ ਇਸ ਨੂੰ ਹਾਥੀ ਦੇ ਥੱਲੇ ਸੁੱਟ ਕੇ ਲਿਤਾੜ ਕੇ ਮਾਰ ਦਿਓ। ਹਾਥੀ ਨੇ ਕਮਾਲ ਕੀਤੀ ਕਿ ਕਬੀਰ ਜੀ ਨੂੰ ਆਪਣੀ ਸੁੰਡ ਦੇ ਨਾਲ ਚੁੱਕਿਆ, ਨਮਸਕਾਰ ਕੀਤੀ ਅਤੇ ਕਬੀਰ ਜੀ ਨੇ ਕਿਹਾ ਕਿ ਹਾਥੀ ਨੇ ਮੈਨੂੰ ਮਾਰਿਆ ਨਹੀਂ, ਲਿਤਾੜਿਆ ਨਹੀਂ, ਸਗੋਂ ਮੈਨੂੰ ਮੱਥਾ ਟੇਕਿਆ। ਹਾਥੀ ਦਾ ਇਹ ਪ੍ਰਸੰਗ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਬਾਣੀ ਵਿੱਚ ਦੁਹਰਾਇਆ ਕਿ ਜਦੋਂ ਹਾਥੀ ਇੱਕ ਸਰੋਵਰ 'ਚ ਪਾਣੀ ਪੀਣ ਵਾਸਤੇ ਗਿਆ ਤਾਂ ਇੱਕ ਮਗਰਮੱਛ ਨੇ ਹਾਥੀ ਨੂੰ ਪਕੜ ਕੇ ਪਾਣੀ ਵੱਲ ਲਿਜਾ ਰਿਹਾ ਸੀ। ਹਾਥੀ ਨੇ ਇੱਕ ਕਮਲ ਦਾ ਫੁੱਲ ਤੋੜ ਕੇ ਪਰਮਾਤਮਾ ਨੂੰ ਪੇਸ਼ ਕੀਤਾ। ਇਸ ਦਾ ਜ਼ਿਕਰ ਗੁਰੂ ਤੇਗ ਬਹਾਦਰ ਜੀ ਇਉਂ ਕਰਦੇ ਹਨ, ਜਬ ਹੀ ਸਰਣ ਗਹੀ ਕਿਰਪਾ ਨਿਧ, ਰਾਜ ਗਹਿਰਾ ਤੇ ਛੂਟਾ, ਮਹਿਮਾ ਨਾਮ ਕਹੋ ਲਓ ਬਰਣੋ, ਰਾਮ ਕਹਿਤ ਬੰਧਨ ਤੇ ਟੂਟਾ। ਇਸ ਦਾ ਮਤਲਬ ਹੈ ਕਿ ਹਾਥੀ ਵੀ ਰਾਮ ਕਹਿ ਸਕਦਾ ਹੈ, ਈਸ਼ਵਰ ਵੀ ਕਹਿ ਸਕਦਾ ਹੈ। ਇੱਥੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਹਾਥੀ ਨੇ ਮੁਸੀਬਤ ਵਿੱਚ ਪ੍ਰਭੂ ਨੂੰ ਕਮਲ ਦਾ ਫੁੱਲ ਭੇਟ ਕੀਤਾ, ਅਰਦਾਸ ਕੀਤੀ, ਹੇ ਪ੍ਰਮਾਤਮਾ ਮੇਰੀ ਰੱਖਿਆ ਕਰੋ। ਕਹਿੰਦੇ ਨੇ ਜੇ ਹਾਥੀ ਐਸਾ ਸੋਚ ਸਕਦਾ ਹੈ ਤਾਂ ਹਾਥੀ ਆਦਮੀ ਦੇ ਬਹੁਤ ਨੇੜੇ ਹੈ। ਸਿਕੰਦਰ ਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਕਿ ਕਬੀਰ ਨੂੰ ਹਾਥੀ ਨੇ ਖਤਮ ਨਹੀਂ ਕੀਤਾ, ਹੁਣ ਇਸ ਨੂੰ ਚੁੱਕ ਕੇ ਗੰਗਾ ਵਿੱਚ ਸੁੱਟ ਦਿਓ। ਅਤੇ ਅਹਿਲਕਾਰਾਂ ਨੇ ਕਬੀਰ ਜੀ ਨੂੰ ਚੁੱਕ ਕੇ ਗੰਗਾ ਵਿੱਚ ਸੁੱਟ ਦਿੱਤਾ। ਕਹਿੰਦੇ ਨੇ ਜਿਹੜੀਆਂ ਪਾਣੀ ਦੀਆਂ ਲਹਿਰਾਂ ਬੰਦੇ ਨੂੰ ਰੋੜ ਕੇ ਰੱਖ ਦਿੰਦੀਆਂ ਸਨ, ਉਹਨਾਂ ਨੇ ਭਗਤ ਕਬੀਰ ਜੀ ਦੀਆਂ ਜੰਜੀਰਾਂ ਤੋੜ ਕੇ ਰੱਖ ਦਿੱਤੀਆਂ ਅਤੇ ਕੰਢੇ ਲਾ ਦਿੱਤਾ। ਰਾਮ ਰਾਮ ਦਾ ਸਿਮਰਨ ਕਰਦੇ ਸਨ। ਉਧਰ ਜਿਹੜੇ ਮਲਾਹ ਅਤੇ ਪਿਆਦਿਆਂ ਨੇ ਕਬੀਰ ਜੀ ਨੂੰ ਗੰਗਾ ਵਿੱਚ ਡੋਬਿਆ ਸੀ, ਜਦੋਂ ਉਹ ਗੰਗਾ ਵਿੱਚੋਂ ਬਾਹਰ ਆ ਰਹੇ ਸਨ, ਜਦੋਂ ਉਹ ਵਿਚਕਾਰ ਆਏ ਤਾਂ ਉਹ ਡੁੱਬ ਕੇ ਮਰ ਗਏ। ਜਦੋਂ ਭਗਤ ਕਬੀਰ ਜੀ ਨੂੰ ਗੰਗਾ ਵਿੱਚ ਸੁੱਟ ਦਿੱਤਾ ਤਾਂ ਸਿਕੰਦਰ ਲੋਧੀ ਬਾਦਸ਼ਾਹ ਆਪਣੇ ਡੇਰੇ ਵੱਲ ਆ ਗਿਆ। ਤਾਂ ਭਗਤ ਕਬੀਰ ਜੀ ਜਦੋਂ ਰਾਮ ਰਾਮ ਦਾ ਭਜਨ ਕਰਦੇ ਹੋਏ ਗੰਗਾ ਤੋਂ ਬਾਹਰ ਆਏ ਤਾਂ ਬਾਦਸ਼ਾਹ ਦੇ ਚੁਗਲਖੋਰਾਂ ਨੇ ਬਾਦਸ਼ਾਹ ਕੋਲ ਜਾ ਚੁਗਲੀ ਲਾਈ ਕਿ ਕਬੀਰ ਤਾਂ ਬਚ ਗਿਆ ਹੈ। ਉਹ ਬਨਾਰਸ ਕਾਂਸੀ ਦੇ ਵਿੱਚ ਆਪਣੀਆਂ ਸੰਗਤਾਂ ਦੇ ਸਮੇਤ ਕੀਰਤਨ ਕਰ ਰਹੇ ਹਨ। ਬਾਦਸ਼ਾਹ ਬਹੁਤ ਕ੍ਰੋਧ ਵਿੱਚ ਆਇਆ, ਕਹਿਣ ਲੱਗਾ ਕਿ ਕਬੀਰ ਲੱਗਦਾ ਹੈ ਕਿ ਕੋਈ ਜਾਦੂਗਰ ਹੈ, ਉਸ ਨੂੰ ਅੱਗ ਵਿੱਚ ਸਾੜ ਦਿੱਤਾ ਜਾਵੇ। ਉਸ ਨੇ ਤਾਂ ਮਲਾਹ ਤਾਂ ਪਿਆਦੇ ਬੇੜੇ ਸਮੇਤ ਡੋਬ ਦਿੱਤੇ ਹਨ। ਬਾਦਸ਼ਾਹ ਨੇ ਹੁਕਮ ਦਿੱਤਾ ਕਿ ਕਬੀਰ ਜੀ ਨੂੰ ਫੜ ਕੇ ਮੇਰੇ ਕੋਲ ਲਿਆਂਦਾ ਜਾਵੇ। ਜਦੋਂ ਬਾਦਸ਼ਾਹ ਨੇ ਪਿਆਦਿਆਂ ਨੇ ਕਬੀਰ ਨੂੰ ਬਾਦਸ਼ਾਹ ਦੇ ਕੋਲ ਲਿਆਂਦਾ ਤਾਂ ਬਾਦਸ਼ਾਹ ਨੇ ਕਬੀਰ ਨੂੰ ਕਿਹਾ ਕਿ ਤੇਰਾ ਜਨਮ ਮੁਸਲਮਾਨਾਂ ਦੇ ਘਰ ਹੋਇਆ, ਤੂੰ ਰਾਮ ਰਾਮ ਛੱਡ ਦੇ, ਨਹੀਂ ਤਾਂ ਤੈਨੂੰ ਤਾਂ ਤੇਰੇ ਪਰਿਵਾਰ ਦੇ ਟੋਟੇ ਟੋਟੇ ਕਰ ਦਿਆਂਗਾ। ਅੱਗੇ ਤਾਂ ਤੂੰ ਜਾਦੂ ਦੇ ਦਾਅ ਦੇ ਨਾਲ ਬਚ ਗਿਆ ਸੀ, ਹੁਣ ਤੈਨੂੰ ਅੱਗ ਵਿੱਚ ਸਾੜ ਕੇ ਮਾਰ ਦਿੱਤਾ ਜਾਵੇਗਾ। ਤੂੰ ਜਿਹੜਾ ਹਿੰਦੂ ਬਣਿਆ ਫਿਰਦਾ ਹੈ। ਇੱਥੇ ਕਬੀਰ ਜੀ ਦਾ ਬਚਨ ਹੈ, ਕਬੀਰ ਜੇਹ ਦਰਿਆਵਤ ਜਾਤਹੂ ਹਟਕਾ ਨਾਹੇ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਜਿਸ ਰਾਮ ਪ੍ਰਭੂ ਦੇ ਦਰਬਾਰ ਉੱਤੇ ਆਉਂਦਿਆਂ ਕੋਈ ਰੋਕਦਾ ਨਹੀਂ, ਉਸ ਪਿਆਰੇ ਦੇ ਦਰ ਨੂੰ ਭਾਵ ਘਰ ਨੂੰ ਕਿਵੇਂ ਛੱਡ ਦੇਵਾਂ। ਇੱਥੇ ਕਬੀਰ ਜੀ ਫਰਮਾਉਂਦੇ ਹਨ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤਾਂ ਜਾਓ। ਹੇ ਰਾਜ ਦੇ ਪੁਰਸ਼, ਕਬੀਰ ਤਾਂ ਰਾਮ ਦਾ ਕੁੱਤਾ ਹੈ, ਮੋਤੀ ਮੇਰਾ ਨਾਮ ਹੈ। ਰਾਮ ਨੇ ਮੇਰੇ ਗਲ ਵਿੱਚ ਰੱਸੀ ਪਾਈ ਹੋਈ ਹੈ, ਜਿੱਧਰ ਨੂੰ ਖਿੱਚਦਾ ਹੈ ਉੱਧਰ ਹੀ ਮੋੜ ਲੈਂਦਾ ਹੈ, ਮੇਰੇ ਵੱਸ ਦੀ ਕੋਈ ਗੱਲ ਨਹੀਂ। ਕਬੀਰ ਜੀ ਨੇ ਕਿਹਾ ਲੇਖਾ ਦੇਣਾ ਤਾਂ ਸੌਖਾ ਹੀ ਹੈ, ਜੇਕਰ ਦਿਲ ਵਿੱਚ ਸੱਚਾਈ ਹੋਵੇ
ਤਾਂ ਦਰਗਾਹ ਵਿੱਚ ਪਰਮਾਤਮਾ ਸਹਾਇਤਾ ਜ਼ਰੂਰ ਕਰਦਾ ਹੈ। ਇਹ ਕੁਝ ਕਹਿੰਦਾ ਹੋਇਆ ਕਬੀਰ ਉੱਚੀ ਉੱਚੀ ਰਾਮ 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 ਦਾ ਭਜਨ ਕਰਨ ਲੱਗਾ ਤਾਂ ਬਾਦਸ਼ਾਹ ਨੇ ਸੁਣ ਕੇ ਬਹੁਤ ਗੁੱਸੇ ਵਿੱਚ ਆ ਕੇ ਕਿਹਾ ਕਿ ਇਹ ਨੀਵੀਂ ਜਾਤ ਦਾ ਜੁਲਾਹਾ, ਇਹ ਤਾਂ ਡਰਦਾ ਹੀ ਨਹੀਂ, ਨਾ ਹੀ ਇਹ ਮੌਤ ਕੋਲੋਂ ਡਰਦਾ। ਬਾਦਸ਼ਾਹ ਕਹਿਣ ਲੱਗਾ, ਮੈਂ ਵੀ ਸਿਕੰਦਰ ਹਾਂ, ਇਸ ਨੂੰ ਸਿੱਧੇ ਰਾਹ ਪਾ ਕੇ ਹੀ ਛੱਡਾਂਗਾ। ਇਹ ਕਹਿ ਕੇ ਅਹਿਲਕਾਰਾਂ ਨੂੰ ਕਹਿਣ ਲੱਗਾ ਕਿ ਲੱਕੜਾਂ ਇਕੱਠੀਆਂ ਕਰੋ, ਅੱਧੀਆਂ ਹੇਠਾਂ ਰੱਖ ਦਿਓ, ਵਿਚਕਾਰ ਕਬੀਰ ਨੂੰ ਬਿਠਾ ਦਿਓ, ਅੱਧੀਆਂ ਲੱਕੜਾਂ ਉੱਪਰ ਪਾ ਦਿਓ ਤਾਂ ਇਸ ਨੂੰ ਅੱਗ ਲਗਾ ਦਿਓ, ਤਾੜ ਕੇ 4 ਸਫੇਰੇ ਪਹਿਰਾ ਰੱਖਣਾ। ਕਿਵੇਂ ਇਹ ਬਚ ਜਾਏਗਾ? ਜੇਕਰ ਹੁਣ ਵੀ ਬਚ ਗਿਆ, ਯਾਦ ਰੱਖਿਓ ਤੁਹਾਡੀ ਜਾਨ ਵੀ ਨਹੀਂ ਬਚੇਗੀ। ਜਦੋਂ ਕਸਾਈਆਂ ਨੇ ਕਬੀਰ ਜੀ ਨੂੰ ਲੱਕੜਾਂ ਵਿੱਚ ਰੱਖ ਕੇ ਅੱਗ ਲਾਈ, ਕਹਿੰਦੇ ਨੇ ਕਿ ਜਦੋਂ ਬਲਦੀ ਅੱਗ ਸੀ ਤਾਂ 4 ਸਫੇਰੇ ਪਹਿਰਾ ਦਿੱਤਾ, ਲੱਕੜਾਂ ਸਾਰੀਆਂ ਹੀ ਬਲ ਕੇ ਸੁਆਹ ਹੋ ਗਈਆਂ, ਅੱਗ ਬੁਝ ਗਈ। ਕਬੀਰ ਜੀ ਹੇਠੋਂ ਜਿਉਂਦੇ ਹੀ ਨਿਕਲੇ, ਇੱਥੋਂ ਤੱਕ ਕਿ ਉਹਨਾਂ ਦੇ ਗਲ ਵਾਲੇ, ਉਹਨਾਂ ਦੇ ਤਨ ਵਾਲੇ ਕੱਪੜੇ ਵੀ ਨਾ ਸੜੇ, ਸਿਰਫ ਉਹਨਾਂ ਦੇ ਪੈਰਾਂ ਦੀਆਂ ਖੜਾਵਾਂ ਹੀ ਸੜੀਆਂ ਸਨ। ਕਬੀਰ ਜੀ ਰਾਮ ਰਾਮ ਦਾ ਜਾਪ ਕਰ ਰਹੇ ਸਨ ਅਤੇ ਕਰਮਚਾਰੀਆਂ ਨੂੰ ਪੁੱਛਿਆ ਕਿ ਤੁਹਾਨੂੰ ਕੋਈ ਕਸ਼ਟ ਤਾਂ ਨਹੀਂ ਹੋਇਆ? ਸੱਚਮੁੱਚ ਭਗਤ ਕਬੀਰ ਜੀ ਭਗਵਾਨ ਰੂਪ ਹੋ ਗਏ ਸਨ। ਬਾਦਸ਼ਾਹ ਨੇ ਜਿੰਨੇ ਵੀ ਕਸ਼ਟ ਭਗਤ ਜੀ ਨੂੰ ਦਿੱਤੇ, ਉਹਨਾਂ ਨੂੰ ਪਰਮਾਤਮਾ ਭਾਵ ਭਗਵਾਨ ਨੇ ਹੱਥ ਦੇ ਕੇ ਰੱਖਿਆ। ਭਗਤ ਕਬੀਰ ਜੀ ਦੀ ਹਰ ਪਾਸੇ ਸੋਭਾ ਹੋਣ ਲੱਗੀ। ਕਬੀਰ ਜੀ ਦਾ ਪਰਿਵਾਰ ਜਿੱਥੇ ਸੋਗ ਵਿੱਚ ਬੈਠਾ ਸੀ, ਉਹ ਖੁਸ਼ ਹੋ ਗਿਆ। ਭਗਤ ਕਬੀਰ ਜੀ ਦੇ ਇਤਿਹਾਸ ਵਿੱਚ ਬਹੁਤ ਸਾਰੀਆਂ ਧਾਰਮਿਕ ਮਿਸਾਲਾਂ ਮਿਲਦੀਆਂ ਹਨ, ਜਿਨ੍ਹਾਂ ਦੇ ਨਾਲ ਭਗਤ ਕਬੀਰ ਜੀ ਨੇ ਹਰ ਫਿਰਕੇ ਨੂੰ, ਹਰ ਇਨਸਾਨ ਨੂੰ ਸੱਚ ਦੇ ਰਾਹ 'ਤੇ ਚੱਲਣ ਦਾ ਉਪਦੇਸ਼ ਦਿੱਤਾ। ਭਗਤ ਕਬੀਰ ਜੀ ਦੀ ਬੇਅੰਤ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਈਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।